ਵਗਦੇ ਪਾਣੀਆਂ ਦਾ ਸੰਗੀਤ। ਯਾਦਗਾਰ ਹੁਸੀਨ ਪਲ। ਕਈ ਅਜਿਹੇ ਹਾਦਸੇ ਜ਼ਿੰਦਗੀ ਵਿੱਚ ਵਾਪਰਦੇ ਹਨ ਜੋ ਸਿਰਫ ਮਹਿਸੂਸ ਹੀ ਕੀਤੇ ਜਾਂਦੇ ਹਨ। ਇੱਕ ਵਾਰੀ ਮਾਂ ਅਤੇ ਮੈਂ ਇੰਗਲੈਂਡ ਟੂਰ ਤੇ ਗਈਆਂ ਹੋਈਆਂ ਸੀ। ਇਹ 1993 ਦੀ ਗੱਲ ਹੈ। ਉੱਥੇ ਪਹੁੰਚ ਕੇ ਸਪਾਂਸਰਾਂ ਨੇ ਮੇਰੀ ਬੇਟੀ ਸੁਨੈਨੀ ਨੂੰ ਵੀ ਸੱਦ ਲਿਆ। ਸਾਰੇ ਕਹਿਣ ਲੱਗ ਪਏ, ਤਿੰਨੇ ਪੀੜ੍ਹੀਆਂ ਇਕੱਠੀ ਹੋ ਜਾਣਗੀਆਂ ਤਾਂ ਬਹੁਤ ਚੰਗਾ ਲੱਗੇਗਾ। ਅਸੀਂ ਸਾਊਥ ਹਾਲ ਵਿੱਚ ਇੱਕ ਸ਼ੋਅ ਕਰ ਰਹੀਆਂ ਸੀ। ਦੂਜਾ ਕਿ ਤੀਜਾ ਗੀਤ ਹੀ ਗਾਉਣ ਲੱਗੀਆਂ ਤੇ ਅਤੇ ਫਰਮਾਇਸ਼ ਆਈ, ਮਾਵਾਂ ਤੇ ਧੀਆਂ ਦੀ ਦੋਸਤੀ ਗਾਓ। ਸ਼ੁਰੂ ਤਾਂ ਬੜੇ ਚਾਅ ਨਾਲ ਕਰ ਲਿਆ, ਪਰ ਇੱਕ ਐਸਾ ਹੌਕਾ ਨਿਕਲਿਆ ਕਿ ਤਿੰਨੇ ਹੀ ਰੋ ਪਈਆਂ, ਕਿਉਂਕਿ ਸਾਡੇ ਸਾਹਮਣੇ ਬੈਠੀਆਂ ਔਰਤਾਂ ਵੀ ਰੋ ਰਹੀਆਂ ਸਨ। ਸ਼ੋਅ ਬੰਦ ਕਰਕੇ ਪਾਣੀ ਪੀਤਾ ਅਤੇ ਫਿਰ ਨਵੇਂ ਸਿਰਿਓਂ ਸ਼ੁਰੂ ਕੀਤਾ। ਸਰੋਤਿਆਂ ਨਾਲ ਬੜੀ ਪਿਆਰੀ ਅਤੇ ਨਿੱਘੀ ਜਿਹੀ ਸਾਂਝ ਪੈ ਗਈ, ਜਿਵੇਂ ਅਸੀਂ ਸਾਰੇ ਇੱਕੋ ਪਰਿਵਾਰ ਦੇ ਭੈਣ ਭਰਾ ਅਤੇ ਰਿਸ਼ਤੇਦਾਰ ਹੀ ਹੋਈਏ। ਲੰਡਨ ਵਿੱਚ ਤੀਸਰੇ ਸ਼ੋਅ ਤੋਂ ਬਾਅਦ ਮਾਂ ਨੂੰ ਇੱਕ ਦਿਨ ਠੰਡ ਲੱਗ ਗਈ। ਨਾਜ਼ੁਕ ਗਲਾ ਝੱਟ ਬਹਿ ਗਿਆ, ਬੋਲਿਆ ਹੀ ਨਾ ਜਾਵੇ। ਗਾਉਣਾ ਤੇ ਦੂਰ ਦੀ ਗੱਲ ਹੈ। ਸ਼ੋਅ ਸਾਰੇ ਲਾਈਨ ਅਪ ਹੋਏ ਸਨ। ਮੈਂ ਆਪਣੇ ਵੱਲੋਂ ਮਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ, ਮੈਂ ਪੂਰੀ ਕੋਸ਼ਿਸ਼ ਕਰਕੇ ਨਿਭਾਵਾਂਗੀ ਮਾਂ। ਪਰ ਉਸਨੇ ਅਜਿਹਾ ਕਦੀ ਵੇਖਿਆ ਹੀ ਨਹੀਂ ਸੀ ਕਿ ਉਹ ਬੈਠੀ ਹੋਵੇ ਤੇ ਮੈਂ ਗਾ ਰਹੀ ਹਾਂ। ਉਹ ਉਸ ਨੂੰ ਮਨਜ਼ੂਰ ਵੀ ਨਹੀਂ ਸੀ। ਮੈਂ ਤਰਲੇ ਕਰਕੇ ਉਸ ਨੂੰ ਸ਼ੋਅ ਉੱਤੇ ਨਾਲ ਚੱਲਣ ਲਈ ਆਖਿਆ। ਬ੍ਰਿਟਿਸ਼ ਕਾਉਂਸਲ ਆਫ ਕਲਚਰਲ ਅਫੇਅਰਸ ਦਾ ਪ੍ਰੋਗਰਾਮ ਸੀ। ਬੜੇ ਚੋਣਵੇਂ ਸਰੋਤੇ ਸਨ। ਸਾਰੇ ਬੇਹੱਦ ਪਿਆਰ ਅਤੇ ਸਤਿਕਾਰ ਨਾਲ ਮਿਲੇ। ਫੁੱਲਾਂ ਨਾਲ ਸਵਾਗਤ ਹੋਇਆ। ਸਟੇਜ ਤੇ ਬਹਿੰਦਿਆਂ ਹੀ ਮਾਂ ਨੇ ਮਾਈਕ ਫੜਿਆ ਅਤੇ ਲੋਕਾਂ ਨੂੰ ਆਪਣੀ ਭਾਰੀ ਜਿਹੀ ਆਵਾਜ਼ ਵਿੱਚ ਆਪਣੀ ਮਜਬੂਰੀ ਬਿਆਨ ਕਰ ਦਿੱਤੀ। ਮੇਰੇ ਵਾਸਤੇ ਹੋਰ ਵੀ ਔਖਾ ਇਮਤਿਹਾਨ ਹੋ ਗਿਆ। ਖੈਰ, ਮੈਂ ਮਾਂ ਨੂੰ ਮੱਥਾ ਟੇਕ ਕੇ ਰੱਬ ਨੂੰ ਯਾਦ ਕਰਕੇ ਪ੍ਰੋਗਰਾਮ ਸ਼ੁਰੂ ਕੀਤਾ। ਥੋੜੀ ਦੇਰ ਬਾਅਦ ਮਾਂ ਗੀਤਾਂ ਦੀ ਚੋਣ ਆਪ ਕਰਕੇ ਮੈਨੂੰ ਦੱਸਣ ਲੱਗ ਪਈ। ਹੁਣ ਸ਼ਿਵ ਗਾ ਲੈ, ਹੁਣ ਹੀਰ ਗਾ ਲੈ, ਹੁਣ ਅੰਮ੍ਰਿਤਾ ਗਾ ਲੈ। ਜਿਵੇਂ ਉਹ ਦੱਸਦੀ ਜਾ ਰਹੀ ਸੀ, ਮੈਂ ਓਦਾਂ ਹੀ ਗਾਈ ਜਾ ਰਹੀ ਸਾਂ। ਸ਼ੋਅ ਖਤਮ ਹੋਇਆ। ਮਾਂ ਖੁਸ਼ ਸੀ, ਮੈਂ ਵੀ ਖੁਸ਼ ਸਾਂ। ਮਾਂ ਨੇ ਮੈਨੂੰ ਬਹੁਤ ਪਿਆਰ ਕੀਤਾ। ਆਰਗੇਨਾਈਜ਼ਰਾਂ ਨੇ ਮਾਂ ਨੂੰ ਕਿਹਾ ਕਿ ਸਾਨੂੰ ਅੱਜ ਜ਼ਰਾ ਨਹੀਂ ਮਹਿਸੂਸ ਹੋਇਆ ਕਿ ਤੁਸੀਂ ਨਹੀਂ ਗਾ ਪਾ ਰਹੇ। ਇਹ ਸੁਣ ਕੇ ਮਾਂ ਨੇ ਮੇਰਾ ਮੂੰਹ ਚੁੰਮਿਆ, ਨਾਲ ਹੀ ਕਹਿਣ ਲੱਗੀ, ਸਾਰੇ ਹੀ ਗੀਤ ਰੱਟੇ ਹੋਏ ਸੋ, ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੂੰ ਇੰਨਾ ਸੋਹਣਾ ਨਿਭਾ ਲਵੇਂਗੀ। ਮਾਂ ਸਦਕੇ। ਇਹ ਮਾਂ ਉਦੋਂ ਹੀ ਕਹਿੰਦੀ ਸੀ ਜਦੋਂ ਉਹਨੂੰ ਬੜਾ ਪਿਆਰ ਆਉਂਦਾ ਸੀ। ਮੇਰੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀ। ਬ੍ਰਿਟਿਸ਼ ਕੌਂਸਲ ਨੇ ਮੈਨੂੰ ਸਪੈਸ਼ਲ ਅਵਾਰਡ ਦਿੱਤਾ, ਜੋ ਬ੍ਰਿਟਿਸ਼ ਹਾਈ ਕਮਿਸ਼ਨਰ ਵੱਲੋਂ ਸੀ, ਅਤੇ ਫਿਰ ਬਾਕੀ 3 ਹੋਰ ਸ਼ੋਅ ਵੀ ਮੈਂ ਇਸੇ ਤਰ੍ਹਾਂ ਨਿਭਾਏ। ਇੱਕ ਸ਼ੋਅ ਸਾਊਥ ਹਾਲ ਦੇ ਇੱਕ ਥੀਏਟਰ ਵਿੱਚ ਸੀ। ਬੜਾ ਵਧੀਆ ਇੰਤਜ਼ਾਮ ਸੀ। ਹਾਲ ਦੇ ਸਿਰੇ ਤੇ ਸਟੇਜ ਸਜੀ ਹੋਈ ਸੀ, ਕੋਈ 1.5 ਫੁੱਟ ਉੱਚੀ, ਅਤੇ ਸਾਹਮਣੇ ਸਰੋਤਿਆਂ ਲਈ ਹਾਲ ਵਿੱਚ ਗੱਦੇ ਵਿਛਾਏ ਹੋਏ ਸਨ, ਯਾਨੀ ਫਰਸ਼ੀ ਮਹਿਫਿਲ। ਹਾਲ ਲੋਕਾਂ ਨਾਲ ਪੂਰਾ ਭਰਿਆ ਹੋਇਆ ਸੀ। ਸਾਡੇ ਖਾਸ ਸਪਾਂਸਰ ਅੰਕਲ ਤਰਸੇਮ ਪੁਰੇਵਾਲ ਵੀ ਉਸ ਮਹਿਫਿਲ ਵਿੱਚ ਆਏ ਹੋਏ ਸਨ। 3 ਘੰਟੇ ਪ੍ਰੋਗਰਾਮ ਚੱਲਿਆ। ਮਾਂ ਗੱਲਾਂ ਕਰ ਰਹੀ ਸੀ ਅਤੇ ਮੈਂ ਗਾ ਰਹੀ ਸਾਂ। ਜਦ ਸ਼ੋਅ ਖਤਮ ਹੋਇਆ, ਆਟੋਗ੍ਰਾਫ ਲੈਣ ਵਾਲੇ ਅਤੇ ਫੋਟੋਆਂ ਖਿੱਚਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਪੁਰੇਵਾਲ ਅੰਕਲ ਵੀ ਸਾਡੇ ਕੋਲ ਆ ਗਏ। ਮੈਨੂੰ ਸ਼ਰਾਰਤ ਨਾਲ ਕਹਿਣ ਲੱਗੇ, ਬਈ ਸਾਨੂੰ ਵੀ ਆਟੋਗ੍ਰਾਫ ਦੇ ਦਿਓ ਜੀ। ਅਤੇ ਮਾਂ ਨੂੰ ਕਹਿਣ ਲੱਗੇ, ਤੂੰ ਤਾਂ ਫੋਨ ਤੇ ਮੈਨੂੰ ਡਰਾ ਹੀ ਛੱਡਿਆ ਸੀ ਕਿ ਅੱਜ ਮੈਂ ਗਾ ਨਹੀਂ ਸਕਦੀ। ਤਰਸੇਮ, ਅੱਜ ਮੈਂ ਨਹੀਂ ਗਾ ਸਕਦੀ, ਅੱਜ ਤਾਂ ਵਾਹਿਗੁਰੂ ਹੀ ਰੱਖਾ, ਪਰ ਤੂੰ ਤਾਂ ਇੰਨਾ ਵਧੀਆ ਗਾਇਆ, ਤੇਰੇ ਖਰਾਬ ਗਲੇ ਦਾ ਤੇ ਪਤਾ ਹੀ ਨਹੀਂ ਲੱਗਿਆ। ਮਾਂ ਨੇ ਹੱਸ ਕੇ ਕਿਹਾ, ਵੇ ਪੈੜਿਆ, ਮੈਂ ਤਾਂ ਗਾਇਆ ਹੀ ਨਹੀਂ, ਇਹ ਤਾਂ ਡੋਲੀ ਹੀ ਗਾਉਂਦੀ ਪਈ ਸੀ। ਅੰਕਲ ਹੈਰਾਨ ਹੋ ਕੇ ਕਹਿਣ ਲੱਗੇ, ਸੱਚੀ? ਉਹ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਸੱਚ ਕੀ ਹੈ। ਸਾਜ਼ਿੰਦਿਆਂ ਕੋਲੋਂ ਪੁੱਛਣ ਲੱਗੇ ਅਤੇ ਫਿਰ ਮੇਰੇ ਵੱਲ ਆ ਕੇ ਮੇਰਾ ਮੱਥਾ ਚੁੰਮਿਆ ਅਤੇ ਕਿਹਾ, ਮੈਨੂੰ ਤਾਂ ਸਦਾ ਹੀ ਇਤਬਾਰ ਸੀ ਕਿ ਇਹ ਕੁੜੀ ਤੇਰੇ ਤੋਂ ਵਧੀਆ ਗਾਵੇਗੀ। ਸੁਰਿੰਦਰ, ਤੂੰ ਹੀ ਇਹਨੂੰ ਗਾਉਣ ਨਹੀਂ ਦਿੰਦੀ। ਮਾਂ ਨੇ ਹੱਸ ਕੇ ਕਿਹਾ, ਬਸ ਬਹੁਤਾ ਹੀ ਬੋਲੀ ਜਾਣਾ ਹੈ। ਅੰਕਲ ਤਰਸੇਮ ਨੇ ਫਿਰ ਮੈਨੂੰ ਇੱਕ ਬੜਾ ਹੀ ਪਿਆਰਾ ਤੋਹਫਾ ਦਿੱਤਾ, ਜੋ ਅੱਜ ਤੱਕ ਮੇਰੇ ਘਰ ਦੀ ਸ਼ੋਭਾ ਬਣਿਆ ਹੈ। ਮੇਰੀ ਬੇਟੀ ਸੁਨੈਨੀ, ਮਾਂ ਅਤੇ ਮੇਰੀ ਤਸਵੀਰ ਹੈ, ਜੋ ਉਹਨਾਂ ਨੇ ਦਫ਼ਤਰ ਵਿੱਚ ਖਿੱਚੀ ਸੀ। ਉਹ ਸਾਡੀ ਐਲਬਮ ਸੁਰਿੰਦਰ ਕੌਰ ਦੀ 3 ਜਨਰੇਸ਼ਨ ਦਾ ਕਵਰ ਬਣਾਇਆ ਹੋਇਆ ਸੀ।
उसकी लाइफ साइज तस्वीर बना के उन्होंने मैनू गिफ्ट की। उन्हों का वो जज्बा मैनू इतना चंगा लगा जिसनू मैं बयान कर ही नहीं सकती। उस साल जब असी इंडिया वापस पहुंचे तो कुछ महीनों बाद पता चलिया कि साउथ हॉल विच ही अंकल तरसेम का किसी ने कत्ल कर दिता। मन इतना उदास हो गया कि मैं कई साल इंग्लैंड जान का जेरा ही नहीं कर सकी। ये गल 1994 की है। कई साल बाद मां दे जान बाद 2007 विच मैनू ग्लासगो दी एक पंजाबी सभा ने मां दी याद विच एक श्रद्धांजलि दिवस उत्ते बुलाया। इस कारण मैं दोबारा इंग्लैंड गई। देश प्रदेश के दफ्तर भी गई, सारियां नाल मिली। ओही दफ्तर जिथे आखिरी मुलाकात हुई सी पुरेवाल अंकल नाल। मेरा जी भर आउंदा सी। मैं मसा ही उन्हां दे दफ्तर विच इंटरव्यू दे सकी। सुनैनी अपनी गल सुनान लग पई। मां, तुहानू याद है जब असी अंकल नू मिलन आए सी, उस दिन सवेरे नानी ने मैनू 50 पौंड पर खर्चन लई दिते सी ते मैं शॉपिंग कर रही सी। मेरे पैसे हाई स्ट्रीट ते गवाच गए सी। मैं बहुत उदास सी तां अंकल ने पूछा सी, कुड़िए की होया, तू हसदी क्यों नहीं? जब सारी गल पता लगी तां अंकल ने अपनी जेब विचों 50 पौंड कढ के मेरी तली ते धर दिते सी। मैं कदी नहीं भूल सकती। नानी तां वेखदी ही रह गई, कुछ बोल ही नहीं सी सकी। अज भी वो इन्नी पुरानी गल याद करके अंकल पुरेवाल दा दिलदार किरदार सामने आ जाता है। साउथ हॉल दी ही एक बड़ी होर दिलचस्प वारदात याद आ गई है। हीरा ग्रुप के 2 मुंडे पलविंदर धामी अते कुमार दी एक फिल्म दा प्रीमियर सी। सानू उत्थे बतौर खास मेहमान बुलाया होया सी। जद हॉल विच पुजे तां निक्का जिहा हॉल खचा खच भरिया होया सी। लाइटां, कैमरे अते प्रेस हंगामा। एक दम मां नू वेख के कुमार अते धामी साडे वल भज्जे आए अते कहा, मां जल्दी स्टेज ते चलो। लोकां दी भीड़ विचों निकल के अगे पुजे तां उत्थे खान साहब नुसरत फतेह अली अते फारूक अली भी खड़े सन। सानू वेख के वो अगे वध के मां नू दोवें हाथ जोड़ के मिलन आ गए। कहन लगे, 2 दिन बाद रॉयल एल्बर्ट हॉल विच शो है ते तुसां तिन्हां ने हर हाल आउणा है। साडी खुश नसीबी होवेगी। ये सुन के सुनैनी तां झल्लियां वांग झूम रही सी। उसदी खुशी दी कोई इंतहा ही नहीं सी, जिवें वो सारी दुनिया नू दस देना चाहती होवे कि खान साहब ने आप सानू इनवाइट कीता है। खैर 2 दिन किवें बीते वो दसना बहुत मुश्किल है। कदी शॉपिंग करन जाइए अते कदी कोई डिनर दे सद लवे, पर जहन विच इक्को गल कि 2 दिन बाद शो ते जाना है। जिवें किवें 2 दिन निकल गए। जिस शाम नू जाना सी तां सोचन लगे कि सानू जान वास्ते कार चाहिदी है, पर हुण सानू लैके कौन जावेगा? किसी ने कहा कि साडे नाल चलो, पर असी केवल 2 जणियां नू ही एडजस्ट कर सकते हैं। पर असी तां 3 सी। आखिर एक गड्डी अते एक ड्राइवर मिल ही गया। वो भी शो वेखना चाहता सी अते ओदे कोल पास सन ते पास साडे कोल 3 सन। होर मंगण मंगाउण दा वेला तां है ही नहीं सी। अजिही स्थिति विच मैं सोचा कि मां दा जाना जरूरी सी। सुनैनी नू जाए बिना चैन नहीं आउणा, सो मैं ही रह जानी हां। ये तीनों जने टुर पए। सुनैनी मेरे नाल अख ही ना मिलाए। वो बहुत गिल्टी फील कर रही सी अते वो कार वाला मुंडा भी चुपचाप नीवी पाई कार वल जा रहा सी। वो प्रकाश मासी दे दोतरे कंवर दा बेस्ट फ्रेंड सी। पिछों वो पाकिस्तान तो सी अते खान साहब दा मुरीद भी सी। उस नाल कई बार असी कंवर वीना दीदी दे बेटे दे विआह उत्ते मिले हुए सी अते उसनू निराश भी नहीं सी कर सकते, क्योंकि वो मसा मसा तां लिजाण लई मन्निया सी। जदों रॉयल एल्बर्ट हॉल विच पुजे तां पास वेख के सिक्योरिटी गार्ड सारियां नू सीधा ग्रीन रूम विच लै गया, जिथे खान साहब शो शुरू होने दे इंतजार विच बैठे सन। सारा जत्था उठ के मां नू मत्था टेकन लग गया अते खान साहब आप भी उठ के खड़े हो गए अते मां नू गलवकड़ी पाई। सारियां नाल तस्वीरां खिंचियां गईयां अते लाहौर दीयां गल्लां बातां होईयां, जिसनू याद करके मां अक्सर इमोशनल हो जाती सी अते उहदे अथरू किरण लग पैंदी सी।
ਆਪਣੀ ਜਨਮ ਭੂਮੀ ਨੂੰ ਯਾਦ ਕਰਕੇ ਕਿਸ ਦਾ ਮਨ ਨਹੀਂ ਡੋਲਦਾ। ਇਹ 1994 ਦੀ ਗੱਲ ਹੈ। ਉਦੋਂ ਤੱਕ ਮਾਂ ਲਾਹੌਰ ਵੀ ਨਹੀਂ ਸੀ ਗਈ। ਥੋੜੀ ਦੇਰ ਬਾਅਦ ਹੀ ਪ੍ਰੋਗਰਾਮ ਦੀ ਅਨਾਉਂਸਮੈਂਟ ਹੋਈ ਅਤੇ ਸਾਰਿਆਂ ਨੂੰ ਐਸਕॉर्ट ਕਰਕੇ ਹਾਲ ਵਿੱਚ ਖਾਸ ਥਾਂ ਤੇ ਬਿਠਾਇਆ ਗਿਆ। ਸ਼ੋਅ 5-6 ਘੰਟੇ ਚੱਲਿਆ ਅਤੇ ਅੱਧੀ ਰਾਤੀ ਸਾਰੇ ਘਰ ਵਾਪਸ ਆਏ। ਆਉਂਦਿਆਂ ਹੀ ਸੁਨੈਣੀ ਨੇ ਸਾਰੀਆਂ ਗੱਲਾਂ ਮੇਰੇ ਉੱਤੇ ਜਿਵੇਂ ਡੋਲ ਹੀ ਦਿੱਤੀਆਂ। ਅਸੀਂ ਕਿੰਨਾ ਇੰਜੋਏ ਕਰਕੇ ਆਏ ਹਾਂ। ਉਸ ਦੀਆਂ ਅੱਖਾਂ ਵਿੱਚ ਚਮਕ ਵੇਖ ਕੇ ਮੈਨੂੰ ਉਸ ਦੀ ਖੁਸ਼ੀ ਦਾ ਅਹਿਸਾਸ ਹੋ ਰਿਹਾ ਸੀ। ਮਾਂ ਨੇ ਬਸ 2 ਲਾਈਨਾਂ ਵਿੱਚ ਇਤਨਾ ਹੀ ਕਿਹਾ, ਬਹੁਤ ਕਮਾਲ ਗਾਇਆ, ਬੰਦਾ ਵੀ ਬੜਾ ਵਧੀਆ, ਮਿਲਾਪੜਾ, ਵੱਡਿਆਂ ਦੀ ਇੱਜ਼ਤ ਕਰਨ ਵਾਲਾ। ਤਾਈਓ ਤਾਂ ਤਰੱਕੀ ਮਿਲਦੀ ਹੈ ਐਸੇ ਲੋਕਾਂ ਨੂੰ। ਆਪਣੇ ਦੇਸ਼ ਵਿੱਚ ਸਾਨੂੰ ਮਾਵਾਂ ਧੀਆਂ ਨੂੰ ਇਕੱਠੀਆਂ ਗਾਉਣ ਦਾ ਮੌਕਾ ਨਹੀਂ ਮਿਲਦਾ ਜਿੰਨਾ ਬਾਹਰਲੇ ਮੁਲਕਾਂ ਵਿੱਚ। 1997 ਵਿੱਚ ਇੱਕ ਵਾਰ ਫਿਰ ਟੋਰਾਂਟੋ ਕੈਨੇਡਾ ਜਾਣ ਦਾ ਸੱਦਾ ਆਇਆ। ਇਸ ਵਾਰੀ ਵੀ ਸੁਨੈਣੀ ਸਾਡੇ ਨਾਲ ਸੀ ਅਤੇ ਮਾਂ ਦਾ ਬੜਾ ਜੀ ਕਰਦਾ ਸੀ ਕਿ ਉਹ ਬਾਰ-ਬਾਰ ਕਹਿ ਰਹੀ ਸੀ, ਹੁਣ ਸੁਨੈਣੀ ਦਾ ਵਿਆਹ ਹੋ ਜਾਵੇ, ਵਿਦੇਸ਼ ਵਿੱਚ ਹੀ ਕਿਤੇ ਕੋਈ ਮੁੰਡਾ ਮਿਲ ਜਾਵੇ ਤਾਂ ਵੇਖ ਲਵਾਂਗੇ। ਕੀ ਖਿਆਲ ਹੈ ਤੇਰਾ ਡੋਲ? ਅਸੀਂ ਉੱਥੇ ਇੱਕ ਸ਼ਾਦੀ ਵੀ ਅਟੈਂਡ ਕਰਨੀ ਸੀ। ਮੇਰੀ ਸਹੇਲੀ ਪਰਮਜੀਤ ਦੇ ਬੇਟੇ ਰਣਦੀਪ ਦੀ ਸ਼ਾਦੀ ਸੀ। ਮਾਂ ਤਾਂ ਹੁਣ ਨਾਨੀ ਦਾ ਰੋਲ ਪੂਰਾ ਨਿਭਾ ਰਹੀ ਸੀ। ਮੈਂ ਵੇਖਿਆ ਉਹ ਹਰ ਸਿਆਣੀ ਔਰਤ ਨਾਲ ਕੋਈ ਕਹਾਣੀ ਪਾਈ ਰੱਖਦੀ ਸੀ। ਤੁਸੀਂ ਕੋਈ ਦੱਸ ਪਾਓ ਜੀ, ਅਸੀਂ 4 ਹਫ਼ਤਿਆਂ ਲਈ ਇੱਥੇ ਹੀ ਹੋਵਾਂਗੇ ਵਗੈਰਾ ਵਗੈਰਾ। ਖੈਰ ਕਈ ਮੁੰਡੇ ਵੇਖੇ, ਮਿਲੇ ਅਤੇ ਗੱਲਾਂ ਚੱਲੀਆਂ, ਪਰ ਗੱਲ ਕੋਈ ਬਣੀ ਹੀ ਨਹੀਂ। ਅਸੀਂ 2 ਸ਼ੋਅ ਵੀ ਕੀਤੇ। ਮਾਂ ਦੇ 55 ਸਾਲ ਪੂਰੇ ਹੋਣ ਤੇ ਅਸਾਂ ਤਿੰਨਾਂ ਮਾਵਾਂ ਧੀਆਂ ਰਲ ਕੇ ਗਾਇਆ। 3 ਪੀੜ੍ਹੀਆਂ ਦਾ ਇਕੱਠੇ ਗਾਉਣ ਦਾ ਇੱਕ ਵਿਲੱਖਣ ਰਿਕਾਰਡ ਬਣਿਆ। ਇਕਬਾਲ ਰਾਮੂਵਾਲੀਆ ਨੇ ਬਹੁਤ ਖੂਬਸੂਰਤ ਆਰਟੀਕਲ ਵੀ ਲਿਖਿਆ, ਪਰ ਮੈਨੂੰ ਇੰਜ ਮਹਿਸੂਸ ਹੋਇਆ ਕਿ ਮਾਂ ਹੁਣ ਪਹਿਲਾਂ ਵਾਲੇ ਰੰਗ ਵਿੱਚ ਨਹੀਂ ਸੀ ਗਾ ਪਾ ਰਹੀ। ਥੱਕੀ ਜਿਹੀ ਲੱਗਦੀ ਸੀ ਅਤੇ ਉਹ ਜੋਸ਼ੋ ਖਰੋਸ਼ ਗਾਇਬ ਸੀ ਜਿਸ ਲਈ ਉਹ ਮਸ਼ਹੂਰ ਸੀ। ਮੇਰਾ ਅੱਗੇ ਵੱਧ ਕੇ ਗਾਉਣਾ ਉਸਨੂੰ ਸ਼ਾਇਦ ਇਹ ਅਹਿਸਾਸ ਵੀ ਦਿਵਾ ਰਿਹਾ ਸੀ ਕਿ ਹੁਣ ਤੇਰੀ ਵਾਰੀ ਬਸ ਹੈ ਅਤੇ ਅਗਲੀ ਪੁਸ਼ਤ ਸ਼ੁਰੂ ਹੋ ਗਈ ਹੈ। ਕਲਾਕਾਰ ਵਾਸਤੇ ਇਹ ਬਹੁਤ ਔਖਾ ਸਮਾਂ ਹੁੰਦਾ ਹੈ, ਆਪਣੀ ਹਾਰ ਮੰਨਣਾ ਜਾਂ ਆਪਣੀ ਉਮਰ ਦੀ ਹਕੀਕਤ ਨੂੰ ਮਨਜ਼ੂਰ ਕਰਨਾ, ਕਿਉਂਕਿ ਉਹ ਇੱਕ ਪਬਲਿਕ ਫਿਗਰ ਹੁੰਦਾ ਹੈ ਤੇ ਘਰ ਬੈਠ ਜਾਣ ਦਾ ਡਰ ਜਜ਼ਬ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਟੋਰਾਂਟੋ ਦੇ ਪ੍ਰੋਗਰਾਮ ਦੀ ਚਰਚਾ ਸਾਰੇ ਕੈਨੇਡਾ ਵਿੱਚ ਹੋਈ ਸੀ। ਲੋਕਾਂ ਨੇ ਟੀਵੀ ਉੱਤੇ ਵੀ ਸਾਨੂੰ ਵੇਖਿਆ ਸੀ। ਇਹਦਾ ਨਤੀਜਾ ਇਹ ਹੋਇਆ ਕਿ ਸਾਨੂੰ ਵੈਨਕੂਵਰ ਦਾ ਵੀ ਸੱਦਾ ਆ ਗਿਆ। ਮੈਂ ਇੰਡੀਆ ਵਾਪਸ ਆ ਕੇ ਫਿਰ ਮਸਰੂਫ ਹੋ ਗਈ ਅਤੇ ਮਾਂ ਇਕੱਲੀ ਹੀ ਤੀਆਂ ਦੇ ਮੇਲੇ ਤੇ 1999 ਵਿੱਚ ਵੈਨਕੂਵਰ ਚਲੀ ਗਈ। ਪਰ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਤਿੰਨੇ ਇਕੱਠੀਆਂ ਆਈਏ। ਮਾਂ ਵਾਅਦਾ ਕਰਕੇ ਆਈ ਕਿ ਡੋਲੀ ਨੂੰ ਜ਼ਰੂਰ ਲਿਆਵਾਂਗੀ, ਪਰ ਸੁਨੈਣੀ ਦਾ ਪਤਾ ਨਹੀਂ ਉਹ ਅਗਲੇ ਸਾਲ ਕਿੱਥੇ ਹੋਵੇ। 2000 ਵਿੱਚ ਮੈਂ ਅਤੇ ਮਾਂ ਮਦਰਸ ਐਂਡ ਡਾਟਰਸ ਫੈਸਟੀਵਲ ਵਿੱਚ ਵੈਨਕੂਵਰ ਸ਼ਾਮਿਲ ਹੋਣ ਲਈ ਪਹੁੰਚ ਗਈਆਂ। ਬਹੁਤ ਹੀ ਖੂਬਸੂਰਤ ਸੀ ਉਹ ਮੇਲਾ। 15-16 ਹਜ਼ਾਰ ਔਰਤਾਂ ਦਾ ਇਕੱਠ ਮੈਂ ਪਹਿਲੀ ਵਾਰ ਵੇਖਿਆ ਸੀ। ਇਤਨਾ ਮਜ਼ਾ ਆਇਆ ਕਿ ਬਿਆਨ ਕਰਨਾ ਹੀ ਮੁਸ਼ਕਿਲ ਹੈ। ਮੈਂ ਅਤੇ ਮਾਂ, ਅਸੀਂ ਦੋਹਾਂ ਨੇ ਕੁੜੀਆਂ ਨਾਲ ਰਲ ਕੇ ਗਿੱਧਾ ਵੀ ਪਾਇਆ ਅਤੇ ਉਹਨਾਂ ਸਭਨਾਂ ਦਾ ਬਹੁਤ ਸਾਰਾ ਪਿਆਰ ਵੀ ਹਾਸਿਲ ਕੀਤਾ। ਉਸ ਸਾਲ ਸਾਰਿਆਂ ਨੇ ਵਾਅਦਾ ਲਿਆ ਕਿ ਹੁਣ ਤਿੰਨੇ ਪੀੜ੍ਹੀਆਂ ਇਕੱਠੀਆਂ ਹੀ ਆਇਆ ਕਰਾਂਗੇ, ਮਾਂ, ਮੈਂ ਅਤੇ ਸੁਨੈਣੀ। 2000 ਵਿੱਚ ਸੁਨੈਣੀ ਦਾ ਵਿਆਹ ਹੋ ਗਿਆ ਅਤੇ 2002 ਵਿੱਚ ਉਸਦੇ ਘਰ ਰੀਆ ਨੇ ਜਨਮ ਲਿਆ। ਕਿਸਮਤ ਨੇ ਸਾਥ ਦਿੱਤਾ ਤੇ 2003 ਵਿੱਚ ਅਸੀਂ ਤਿੰਨਾਂ ਨੇ ਇਕੱਠਿਆਂ ਤੀਆਂ ਦੇ ਮੇਲੇ ਵਿੱਚ ਪਰਫਾਰਮੈਂਸ ਕੀਤੀ। ਮਾਂ ਦੀ ਸਟੇਜ ਅਪੀਲ ਇਤਨੀ ਸੀ ਕਿ ਕੋਈ ਵੀ ਉਸਦੇ ਸਾਹਮਣੇ ਨਹੀਂ ਸੀ ਟਿਕ ਸਕਦਾ, ਜਿਵੇਂ ਕਿਸੇ ਮਹਾਰਾਣੀ ਦਾ ਕੰਟਰੋਲ ਅਤੇ ਰੋਬ ਹੋਵੇ। ਉਹ ਵੀ ਗ੍ਰੇਸਫੁਲ ਅਤੇ ਡਿਗਨੀਫਾਈਡ ਅੰਦਾਜ਼, ਮੋਰਨੀ ਵਰਗੀ ਚਾਲ ਲੋਕਾਂ ਨੂੰ ਕੀਲ ਕੇ ਰੱਖ ਦਿੰਦੀ ਸੀ। ਉਹਨੇ ਕਈ ਵਾਰੀ ਕਹਿਣਾ, ਪੂਰਾ ਮੇਕਅਪ ਕਰਕੇ ਹੀ ਸਟੇਜ ਉੱਤੇ ਜਾਂਦੀ ਆ, ਪਰ ਸਾਰੇ ਕਹਿੰਦੇ ਨੇ ਕਿੰਨੀ ਸਾਦੀ ਹੈ। ਸੋਹਣਾ ਪੰਜਾਬੀ ਸਰਦਾਰਨੀਆਂ ਵਾਲਾ ਪਹਿਰਾਵਾ, ਛੋਟੀ ਅੱਡੀ ਵਾਲੀ ਗੁਰਗਾਬੀ ਅਤੇ ਡਬਲ ਅਰਜ਼ ਦਾ ਲੰਮਾ ਚੌੜਾ ਦੁਪੱਟਾ, ਬੜੀ ਸੋਹਣੀ ਤਰ੍ਹਾਂ ਕੱਜੀ ਕਜਾਈ ਲੋਕਾਂ ਦੇ ਰੂਬਰੂ ਹੁੰਦੀ। ਇਹੀ ਸੀ ਉਸਦੀ ਖੂਬਸੂਰਤੀ। ਦਾਰਜੀ ਦੀ ਸਿਖਲਾਈ ਵਿੱਚ ਇਹ ਗੱਲ ਸ਼ਾਮਿਲ ਸੀ ਕਿ ਔਰਤ ਜਿੰਨੀ ਕੱਜੀ ਹੋਵੇ ਉਨੀ ਹੀ ਸੋਹਣੀ ਹੁੰਦੀ ਹੈ। ਮਾਂ ਨੂੰ ਅੰਗਰੇਜ਼ੀ ਬੋਲਣ ਦਾ ਸ਼ੌਕ ਬਹੁਤ ਮਜ਼ੇਦਾਰ ਸੀ।
ਮੁxtਲਿਫ ਜ਼ਬਾਨਾਂ ਵਿੱਚ ਬੜੇ ਸੌਖੇ ਤਰੀਕੇ ਨਾਲ ਜ਼ਬਾਨ ਸਿੱਖ ਲੈਂਦੀ ਸੀ। ਮੁxtਲਿਫ ਜ਼ਬਾਨਾਂ ਨੂੰ ਬੜੇ ਸੌਖੇ ਤਰੀਕੇ ਨਾਲ ਸਿੱਖ ਲੈਂਦੀ ਸੀ। ਵੱਖ-ਵੱਖ ਜ਼ੁਬਾਨਾਂ ਦੇ ਗੀਤ ਵੀ ਬੜੀ ਸਹਿਜਤਾ ਨਾਲ ਗਾ ਲੈਂਦੀ ਸੀ, ਜਿਵੇਂ ਬੰਗਾਲੀ, ਮਰਾਠੀ, ਡੋਗਰੀ, ਪੋਠੋਹਾਰੀ, ਪਸ਼ਤੂਨੀ, ਰੂਸੀ, ਚੀਨੀ ਆਦਿ। ਪਰ ਅੰਗਰੇਜ਼ੀ ਉਹਨੂੰ ਬੜਾ ਪਰੇਸ਼ਾਨ ਕਰਦੀ ਸੀ। ਛੋਟੇ ਹੁੰਦਿਆਂ ਮੈਂ ਇੱਕ ਵਾਰੀ ਮਾਂ ਨੂੰ ਪੁੱਛਿਆ, ਮਾਂ ਤੁਸੀਂ ਅਮਰੀਕਾ, ਕੈਨੇਡਾ, ਇੰਗਲੈਂਡ ਕਿੰਨੀ ਵਾਰੀ ਘੁੰਮ ਆਏ ਹੋ ਤੇ ਆਪਣੀ ਗੱਲ ਉਹਨਾਂ ਲੋਕਾਂ ਨੂੰ ਕਿੱਦਾਂ ਸਮਝਾਉਂਦੇ ਹੋ? ਮਾਂ ਹੱਸ ਕੇ ਕਹਿਣ ਲੱਗੀ, ਜੇ ਮੈਨੂੰ ਕੋਈ ਅੰਗਰੇਜ਼ ਇਕੱਲਿਆਂ ਟੱਕਰ ਜਾਵੇ ਤਾਂ ਮੈਂ ਸਾਰੀ ਅੰਗਰੇਜ਼ੀ ਬੋਲ ਦੇਣੀ ਆ। ਤੇਰੇ ਦਾਰਜੀ ਕੋਲੋਂ ਵੱਡੇ ਵੱਡੇ ਲਫ਼ਜ਼ ਸਿੱਖੇ ਹੋਏ ਨੇ, ਜਿਵੇਂ ਕਿ I see, really, certainly, responsibility, profession, etc. etc. ਮੈਨੂੰ ਇਹਨਾਂ ਦੀ ਟਿਊਨ ਆਉਂਦੀ ਹੈ। ਮੈਂ ਹੱਸ-ਹੱਸ ਕੇ ਕਮਲੀ ਹੋ ਗਈ। ਮਾਂ, ਅੰਗਰੇਜ਼ੀ ਦੀ ਵੀ ਕੋਈ ਟਿਊਨ ਹੁੰਦੀ ਹੈ? ਇਹ ਕੋਈ ਗਾਣਾ ਥੋੜੀ ਹੈ। ਮੇਰੀ ਇਸ ਗੱਲ ਤੇ ਮਾਂ ਨੇ ਅੰਗਰੇਜ਼ੀ ਨੂੰ ਮੈਨੂੰ ਅੰਗਰੇਜ਼ੀ ਲਹਿਜੇ ਵਿੱਚ ਬੋਲ ਕੇ ਸੁਣਾਇਆ। ਅਸੀਂ ਸਾਰੇ ਪਰਿਵਾਰ ਮਾਂ ਦੇ ਇਸ ਰੋਚਕ ਅੰਦਾਜ਼ ਦਾ ਬੜਾ ਲੁਤਫ ਉਠਾਉਂਦੇ ਸੀ ਤੇ ਉਹਨੂੰ ਮੁੜ-ਮੁੜ ਕੇ ਅੰਗਰੇਜ਼ੀ ਬੁਲਵਾਉਂਦੇ ਸੀ। ਅਸੀਂ ਸਾਰੇ ਵੀ ਉਸ ਵਾਂਗਰ ਬੋਲਣ ਦੀ ਕੋਸ਼ਿਸ਼ ਕਰਦੇ ਤੇ ਬੜਾ ਮਜ਼ਾਕ ਚੱਲਦਾ ਸੀ। ਪੰਜਾਬੀ ਕਲਾ ਕੇਂਦਰ ਦਿੱਲੀ ਵਿਖੇ ਹਰ ਸਾਲ ਵਿਸਾਖੀ ਮਨਾਉਂਦੇ ਆ ਰਹੇ ਸਨ ਤੇ ਇਸ ਵਰੇ ਉਹਨਾਂ ਮੁਹੰਮਦ ਰਫੀ ਸਾਹਿਬ ਨੂੰ ਸੱਦਾ ਦਿੱਤਾ ਸੀ। ਚੈਮਸਫੋਰਡ ਕਲੱਬ ਵਿੱਚ ਬੜਾ ਖੂਬਸੂਰਤ ਆਯੋਜਨ ਕੀਤਾ ਗਿਆ ਸੀ। ਦਾਰਜੀ ਨੇ ਕਲਾ ਕੇਂਦਰ ਦੇ ਸਕੱਤਰ ਹੋਣ ਦੇ ਨਾਤੇ ਸਟੇਜ ਦਾ ਸੰਚਾਲਨ ਕੀਤਾ ਸੀ ਤੇ ਮੈਂ ਉਹਨਾਂ ਦੇ ਨਾਲ ਹੀ ਕਲੱਬ ਚਲੀ ਗਈ ਸੀ। ਮਾਂ ਉਸ ਦਿਨ ਪਟਿਆਲਾ ਸ਼ੋਅ ਤੇ ਗਈ ਹੋਈ ਸੀ ਤੇ ਉਹਨੇ ਬਾਅਦ ਵਿੱਚ ਪਹੁੰਚਣਾ ਸੀ। ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਸ਼ੁਰੂ ਹੋਇਆ। ਮੁੱਖ ਮਹਿਮਾਨ ਸਰਦਾਰ ਹੁਕਮ ਸਿੰਘ, ਸਪੀਕਰ ਲੋਕ ਸਭਾ ਦਾ ਫੁੱਲਾਂ ਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਉਹਨਾਂ ਕੋਲੋਂ ਰਫੀ ਸਾਹਿਬ ਨੂੰ ਸਨਮਾਨ ਪੱਤਰ ਵੀ ਦਿੱਤਾ ਗਿਆ। ਗੁਲਦਸਤੇ ਦੇ ਨਾਲ ਸਵਾਗਤ ਕੀਤਾ ਗਿਆ। ਸਰੋਤੇ ਉਤਾਵਲੇ ਹੋ ਰਹੇ ਸਨ ਕਿ ਰਫੀ ਸਾਹਿਬ ਗਾਉਣਾ ਕਦ ਸ਼ੁਰੂ ਕਰਨਗੇ। ਉਦੋਂ ਹੀ ਦਾਰਜੀ ਨੇ ਸਾਰਿਆਂ ਨੂੰ ਆ ਕੇ ਦੱਸਿਆ, ਸਿਰਫ 5 ਮਿੰਟ ਹੋਰ ਇੰਤਜ਼ਾਰ ਤੇ ਫਿਰ ਰਫੀ ਸਾਹਿਬ ਤੁਹਾਡੇ ਸਾਹਮਣੇ। ਸਟੇਜ ਦੀਆਂ ਬੱਤੀਆਂ ਬੁਝਾ ਦਿੱਤੀਆਂ ਗਈਆਂ। ਜਦੋਂ ਦੁਬਾਰਾ ਬੱਤੀਆਂ ਜਗੀਆਂ ਤਾਂ ਰਫੀ ਸਾਹਿਬ ਆਪਣੇ ਸਜਿੰਦਿਆਂ ਦੇ ਨਾਲ ਸਟੇਜ ਤੇ ਮੌਜੂਦ ਸਨ। ਇੱਕ ਛੋਟਾ ਜਿਹਾ ਸ਼ਖਸ, ਗੋਲ ਚਿਹਰਾ ਤੇ ਮੂੰਹ ਤੇ ਮਿੱਠੀ ਜਿਹੀ ਮੁਸਕਾਨ, ਬੜੀ ਸੋਹਣੀ ਪੰਜਾਬੀ ਵਿੱਚ ਸਰੋਤਿਆਂ ਨੂੰ ਸੰਬੋਧਿਤ ਕਰਕੇ ਇੱਕ ਧਾਰਮਿਕ ਗੀਤ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਬਹੁਤ ਜਲਦ ਹੀ ਮਹਿਫਿਲ ਸੁਰਮਈ ਤੇ ਰੰਗੀਨ ਹੋ ਗਈ। ਗੀਤਾਂ ਦੀ ਮਸਤੀ ਵਿੱਚ ਸਾਰੇ ਝੂਮ ਰਹੇ ਸਨ ਕਿ ਇੱਕਦਮ ਰਫੀ ਸਾਹਿਬ ਨੇ ਗਾਉਣਾ ਬੰਦ ਕਰਕੇ ਕਿਸੇ ਵੱਲ ਇਸ਼ਾਰਾ ਕਰਕੇ ਤਰन्नुम ਵਿੱਚ ਕਿਹਾ, हम काले हैं तो क्या हुआ दिल वाले हैं, हम तेरे 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 चाहने वाले हैं। रफी साहब किसनू संबोधित कर रहे ने? ਇਹ ਦੇਖਣ ਲਈ ਸਾਰਿਆਂ ਨੇ ਸਿਰ ਪਿੱਛੇ ਘੁਮਾ ਲਏ। ਮੈਂ ਵੀ ਘੁੰਮ ਕੇ ਦੇਖਿਆ। ਹਾਏ ਰੱਬਾ, ਇਹ ਤੇ ਮੇਰੀ ਆਪਣੀ ਮਾਂ ਸੀ। ਸਾਰਾ ਹਾਲ ਤਾਲੀਆਂ ਦੇ ਨਾਲ ਗੂੰਜ ਪਿਆ ਤੇ ਮਾਂ ਮੈਨੂੰ ਮਿਲਣ ਤੋਂ ਬਾਅਦ ਰਫੀ ਸਾਹਿਬ ਦੇ ਬੁਲਾਉਣ ਤੇ ਸਟੇਜ ਤੇ ਪਹੁੰਚ ਗਈ। ਉਹਨੇ ਆਪਣੇ ਦਿਲ ਤੇ ਹੱਥ ਰੱਖ ਕੇ ਰਫੀ ਸਾਹਿਬ ਲਈ ਗਾਇਆ, हम काले हैं तो क्या हुआ दिल वाले हैं, हम तेरे 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 चाहने वाले हैं। 1964 ਦੀ ਇਹ ਅਮਿੱਟ ਯਾਦ ਮੇਰੀਆਂ ਅੱਖਾਂ ਵਿੱਚ ਅੱਜ ਵੀ ਮੈਨੂੰ ਨਮ ਕਰ ਦਿੰਦੀ ਹੈ।